ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ ਹੋ ਕੁਰਸ ਹੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਹੁਕਮ ਭਇਆ ਰਹਿਣਾ ਨਹੀਂ, ਤੁਰ ਫਾਟੇ ਚੀਰੈ। ਇਹੋ ਮਨ ਅਵਗਣ ਬਾਂਧਿਆ, ਸੋ ਦੇਹ ਸਰੀਰੈ। ਹੁਕਮ ਭਇਆ ਰਹਿਣਾ ਨਹੀਂ, ਤੁਰ ਫਾਟੇ ਚੀਰੈ। ਇਹੋ ਮਨ ਅਵਗਣ ਬਾਂਧਿਆ, ਸੋ ਦੇ ਸਰੀਰੈ। ਪੂਰੈ ਗੁਰ ਬਖਸ਼ਾਈਐ, ਸਭ ਗੁਣ ਹੈ ਫਕੀਰੈ। ਕਿਉ ਰਹੀਐ ਉਠ ਚੱਲਣਾ, ਬੁਝ ਸ਼ਬਦ ਵਿਚਾਰਾ। ਜਿਸ ਤੂੰ ਮਿਲਹਿ ਸੋ ਮਿਲੈ, ਤੁਰ ਹੁਕਮ ਅਪਾਰਾ। ਜਿਉ ਤੂੰ ਰਾਖਹਿ ਤਿਉ ਰਹਾ, ਜੋ ਦੇਹ ਸੋ ਖਾਓ। ਜਿਉ ਤੂੰ ਚਲਾਵਹਿ ਤਿਉ ਚੱਲਾਂ, ਮੁਖ ਅੰਮ੍ਰਿਤ ਨਾਉ। ਮੇਰੇ ਠਾਕੁਰ ਹੱਥ ਵਡਿਆਈਆਂ, ਮਿਲਹਿ ਮਨ ਚਾਓ। ਕੀਤਾ ਕਿਆ ਸਾਲਾਹੀਐ, ਕਰ ਦੇਖੈ ਸੋਈ। ਜਿਨ ਕੀਆ ਸੋ ਮਨ ਵਸੈ, ਮੈਂ ਅਵਰ ਨ ਕੋਈ। ਸੋ ਸਾਚਾ ਸਾਲਾਹੀਐ, ਸਾਚੀ ਪਤ ਹੋਈ। ਪੰਡਿਤ ਪੜ੍ਹ ਨ ਪਹੁੰਚੈ, ਬਹੁ ਆਲ ਜੰਜਾਲਾ। ਪਾਪ ਪੁੰਨ ਦੋਇ ਸੰਗ ਮੇ, ਖੁਦ ਆਜਮ ਕਾਲਾ। ਵਿਛੋੜਾ ਭੋ ਬੀਸਰੈ, ਪੂਰਾ ਰਖਵਾਲਾ। ਪੰਡਿਤ ਪੜ੍ਹ ਨ ਪਹੁੰਚੈ, ਬਹੁ ਆਲ ਜੰਜਾਲਾ। ਪਾਪ ਪੁੰਨ ਦੋਇ ਸੰਗ ਮੇ, ਖੁਦ ਆਜਮ ਕਾਲਾ। ਵਿਛੋੜਾ ਭਉ ਬੀਸਰੈ, ਪੂਰਾ ਰਖਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖ਼ ਦੇ ਮਾਲਕ। ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ
ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ, ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ ਅਸ਼ਟਪਦੀ ਸਰਲੇਖ ਦੇ ਵਿੱਚ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਹੁਕਮ ਭਇਆ ਰਹਿਣਾ ਨਹੀਂ, ਧੁਰ ਫਾਟੇ ਚੀਰੈ, ਇਹੋ ਮਨ ਅਵਗਣ ਬਾਂਧਿਆ, ਸੋਹ ਦੇਹ ਸਰੀਰੈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1012 ਤੇ ਸੁਸ਼ੋਭਿਤ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਮੰਡਲ ਦੇ ਵਿੱਚ ਜੀਵ ਤੂੰ ਮਨੁੱਖਾ ਜਨਮ ਪ੍ਰਾਪਤ ਕਰਕੇ ਆਇਆ, ਪਰ ਤੂੰ ਆਇਆ ਜ਼ਰੂਰ ਹੈ, ਇੱਕ ਦਿਨ ਤੇਰਾ ਇਸ ਸੰਸਾਰ ਤੋਂ ਜਾਣ ਦਾ ਸਮਾਂ ਵੀ ਆਉਣਾ ਹੈ। ਅੱਜ ਆਇਆ ਹੈ ਤੇ ਕੱਲ੍ਹ ਨੂੰ ਤਾਂ ਚਲਿਆ ਜਾਣਾ ਹੈ। ਇਸ ਕਰਕੇ ਤੂੰ ਆਪਣਾ ਮਨ ਵਿੱਚੋਂ ਆਪਣੇ ਗੁਣਾਂ ਦਾ ਮਾਣ ਛੱਡ ਦੇ, ਧਨ ਸੰਪਦਾ ਦਾ ਮਾਣ ਛੱਡ ਦੇ, ਨਿਮਾਣਾ ਬਣ ਕੇ ਉਸ ਮਾਲਕ ਦੀ ਯਾਦ ਵਿੱਚ ਆਪਣੇ ਜੀਵਨ ਨੂੰ ਬਤੀਤ ਕਰ। ਪਤਾ ਨਹੀਂ ਕਦੋਂ ਉਸ ਮਾਲਕ ਦਾ ਹੁਕਮ ਆ ਜਾਣਾ, ਤੈਨੂੰ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਣਾ ਪਵੇਗਾ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਰਹਾਉ ਵਾਲੀ ਪੰਕਤੀ 'ਚ ਸਤਿਗੁਰੂ ਬਚਨ ਕਰਦੇ ਨੇ ਕਿ ਕਿਉਂ ਰਹੀ ਹੈ ਉੱਠ ਚੱਲਣਾ, ਬੁਝ ਸ਼ਬਦ ਵਿਚਾਰਾ, ਜਿਸ ਤੂੰ ਮਿਲ ਹੈ ਸੋ ਮਿਲੈ, ਤੁਰ ਹੁਕਮ ਅਪਾਰਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿਉਂ ਰਹੀ ਹੈ ਇਹ ਜੀਵ, ਸੰਸਾਰ ਘਰ ਵਿੱਚ ਤੂੰ ਰਹਿ ਰਿਹਾ, ਤੇਰੀ ਸੋਚ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਸਦੀਵੀ ਕਾਲ ਲਈ ਮੈਂ ਸੰਸਾਰ ਘਰ ਵਿੱਚ ਰਹਿਣਾ ਹੋਵੇ। ਪਰ ਸਤਿਗੁਰੂ ਕਹਿੰਦੇ ਕਿਉਂ ਰਹੀ ਹੈ, ਕਿਵੇਂ ਤੂੰ ਰਹਿ ਸਕਦਾ, ਕਿਉਂਕਿ ਤੇਰੀ ਵਾਰੀ ਆ ਜਾਵੇਗੀ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਨਾ ਕਿ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ। ਉਸ ਮਾਲਕ ਦੇ ਘੱਲੇ ਹੋਏ ਸੰਸਾਰ ਵਿੱਚ ਆਉਂਦੇ ਨੇ ਤੇ ਉਸ ਮਾਲਕ ਦੇ ਸੱਦੇ ਅਨੁਸਾਰ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਇਸ ਕਰਕੇ ਇਹ ਜੀਵ ਤੂੰ ਕਿਉਂ ਆਪਣੇ ਮਨ ਵਿੱਚ ਮਾਣ ਕਰਦਾ? ਤੈਨੂੰ ਪਤਾ ਇੱਕ ਦਿਨ ਸਮਾਂ ਆਉਣਾ, ਤੂੰ ਉੱਠ ਚੱਲਣਾ,
ਸੰਸਾਰ ਨੂੰ ਛੱਡ ਕੇ ਇੱਥੋਂ ਕੂਚ ਕਰ ਜਾਣਾ। ਇਹ ਵਿਚਾਰ ਤੈਨੂੰ ਕਿੱਥੋਂ ਪ੍ਰਾਪਤ ਹੋਣੀ ਹੈ? ਬੁੱਝ ਸ਼ਬਦ ਵਿਚਾਰਾ। ਗੁਰੂ ਦੇ ਸ਼ਬਦ ਨਾਲ ਜੁੜ, ਸ਼ਬਦ ਦੀ ਵਿਚਾਰ ਕਰ। ਸ਼ਬਦ ਦੀ ਵਿਚਾਰਧਾਰਾ ਦੁਆਰਾ ਤੈਨੂੰ ਸਮਝ ਆਵੇਗੀ ਕਿ ਅੱਜ ਨਹੀਂ ਤਾਂ ਕੱਲ੍ਹ ਇਸ ਮਨੁੱਖ ਨੇ ਸੰਸਾਰ ਤੋਂ ਕੂਚ ਕਰਨਾ ਹੀ ਹੈ। ਤਾਈਓ ਗੁਰੂ ਸਾਹਿਬ ਬਾਬਾ ਫਰੀਦ ਸਾਹਿਬਾਨ ਜੀ ਬਚਨ ਕਰਦੇ ਨੇ। ਉਹਨਾਂ ਨੇ ਮਨੁੱਖ ਦੀ ਸਰੀਰ ਦੀ ਬਣਤਰ ਦੱਸੀ ਕਿ ਕਿਸ ਤਰ੍ਹਾਂ ਮਨੁੱਖ ਸੰਸਾਰ 'ਚ ਪਰਾਉਣਾ ਹੈ, ਇੱਕ ਦਿਨ ਜੋ ਸਮਾਂ ਆਉਣਾ ਤੇ ਕਿਵੇਂ ਕੂਚ ਕਰਨਾ ਹੈ। ਤੇ ਬਾਬਾ ਫਰੀਦ ਸਾਹਿਬਾਨ ਜੀ ਦੇ ਬਚਨ ਕਹਿੰਦੇ ਨੇ, 3.5 ਮਣ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਾਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਕੰਨ, ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ, ਫਰੀਦਾ ਅੰਮ੍ਰਿਤ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਬਾਬਾ ਫਰੀਦ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਐ ਜੀਵ ਤੂੰ ਕਿਉਂ ਮੇਰੀ ਮੇਰੀ ਕਰਦਾ? ਤੇਰਾ ਜਿਹੜਾ 3 ਮਣ ਦਾ ਇਹ ਸਰੀਰ ਹੈ ਨਾ, ਇਹ ਪਾਣੀ ਤੇ ਅੰਨ ਨਾਲ ਚੱਲਦਾ ਹੈ। ਅਸਲ ਵਿੱਚ ਤੂੰ ਸੰਸਾਰ ਪ੍ਰਾਹੁਣਚਾਰੀ ਵਿੱਚ ਆਇਆ ਹੋਇਆ। ਜਦੋਂ ਮੌਤ ਦਾ ਫਰਿਸ਼ਤਾ ਤੈਨੂੰ ਲੈਣ ਵਾਸਤੇ ਆਵੇਗਾ ਨਾ, ਤੇ ਉਦੋਂ ਸਭ ਦਰਵਾਜ਼ੇ ਭੰਨ, ਸਾਰੇ ਦਰਵਾਜ਼ੇ ਟੁੱਟ ਜਾਣ। ਜਿੰਨੀ ਮਰਜ਼ੀ ਤੂੰ ਤਕੜਾਈ ਕਰ ਲਵੀਂ, ਚਾਹੇ ਲੋਹ ਪਿੰਜਰ ਬਣਾ ਕੇ ਬੈਠ ਜਾਵੀਂ ਕਿ ਅੰਦਰ ਕੋਈ ਪ੍ਰਵੇਸ਼ ਨਾ ਕਰ ਸਕੇ, ਤੇ ਉਦੋਂ ਸਮਾਂ ਇਹੋ ਜਿਹਾ ਆਵੇਗਾ, ਮਾਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਮੌਤ ਨੇ ਆ ਕੇ ਤੈਨੂੰ ਦਬੋਚ ਲੈਣਾ। ਜਿਨ੍ਹਾਂ ਉੱਤੇ ਤੂੰ ਮਾਣ ਕਰਦਾ ਕਿ ਮੇਰੇ ਭਰਾ, ਮੇਰੇ ਮਿੱਤਰ ਸੱਜਣ, ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਉਹਨਾਂ ਭਰਾਵਾਂ ਨੇ ਹੀ ਫਿਰ ਤੇਰੀ ਜਿਹੜੀ ਚਿਖਾ ਨੂੰ ਤਿਆਰ ਕਰਨਾ, ਉਹਨਾਂ ਭਰਾਵਾਂ ਨੇ ਤੇਰੀ ਅਰਥੀ ਤਿਆਰ ਕਰਨੀ ਹੈ ਤੇ ਸਰੀਰ ਨੂੰ ਉੱਤੇ ਪਾਉਣਾ ਹੈ, ਤੇ ਉਹ ਸਾਰੀ ਅੰਤਮ ਕਿਰਿਆ ਨਿਭਾਈ ਜਾਵੇਗੀ। ਪਰ ਸੱਚ ਜਾਣੀ, ਜਦੋਂ ਮਾਲਕ ਦੀ ਦਰਗਾਹ ਵਿਖੇ ਜਾਵੇਗਾ ਨਾ, ਉੱਥੇ ਮਾਲਕ ਦੀ ਦਰਗਾਹ ਵਿੱਚ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ। ਸਤਿਗੁਰੂ ਕਹਿੰਦੇ ਨੇ ਕਿ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਜੇ ਚੰਗੇ ਕਰਮ ਤੈਂ ਕੀਤੇ ਸੰਸਾਰ ਵਿੱਚ, ਮਾਲਕ ਪ੍ਰਭੂ ਦਾ ਨਾਮ ਜਪਿਆ, ਉਸ ਵਾਹਿਗੁਰੂ ਦਾ ਸ਼ੁਕਰ ਕੀਤਾ, ਲੋੜਵੰਦਾਂ ਦੀ ਸਹਾਇਤਾ ਕੀਤੀ, ਚੰਗੇ ਧਰਮ ਦੇ ਨਿਮਿੱਤ ਕਰਮ ਕੀਤੇ, ਕਹਿੰਦੇ ਸੱਚ ਜਾਣੀ ਤੇਰੀ ਦਰਗਾਹ ਵਿਖੇ ਫਿਰ ਉਹ ਕੰਮ ਆਉਣਗੇ। ਤਾਈਓ ਗੁਰੂ ਸਾਹਿਬ ਬਾਬਾ ਫਰੀਦ ਸਾਹਿਬਾਨ ਜੀ ਸਮਝਾਉਂਦੇ ਨੇ, ਫਰੀਦਾ ਜੇ ਤੂੰ ਅਕਲ ਲਥੀਪ, ਕਾਲੇ ਲਿਖ ਨਾ ਲੇਖ, ਆਪਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਕਹਿੰਦੇ ਜੋ ਸ਼੍ਰੇਸ਼ਟ ਅਕਲ ਵਾਲਾ ਨਾ, ਕਹਿੰਦਾ ਕਿ ਮੈਂ ਸਿਆਣਾ ਹਾਂ। ਮਨੁੱਖ ਦੀ ਆਦਤ ਹੈ, ਮਨੁੱਖ ਹਰ ਪਲ ਹੀ ਸੋਚਦਾ ਕਿ ਮੈਂ ਸਿਆਣਾ, ਮੈਂ ਦਾਨਾ ਹਾਂ। ਪਰ ਕਹਿੰਦੇ ਜੇ ਤੂੰ ਵਾਕਈ ਸਿਆਣਾ ਹੈ, ਦਾਨਾ ਹੈ, ਕਹਿੰਦੇ ਕਾਲੇ ਲੇਖ ਨਾ ਲਿਖਣਾ ਕਰ। ਜਦੋਂ ਕਾਲੇ ਲੇਖ ਲਿਖੇਗਾ ਤੇ ਮਾਲਕ ਦੀ ਦਰਗਾਹ ਵਿਖੇ ਪਹੁੰਚੇਗਾ, ਉੱਥੇ ਸੱਚ ਦਾ ਨਿਬੇੜਾ ਹੋਣਾ। ਇਸ ਲੋਕ ਦੇ ਵਿੱਚ ਵਿਚਰਦਾ ਹੋਇਆ ਤੂੰ ਕਾਲੇ ਕਰਮ ਕਰ ਰਿਹਾ, ਮੰਦੇ ਕਰਮ ਕਰ ਰਿਹਾ ਹੈ, ਦੁਨੀਆ ਵੱਲੋਂ ਪਰਦਾ ਪਾ ਲਵੇਗਾ। ਦੁਨੀਆ ਦੇ ਲੋਕ ਤੈਨੂੰ ਨਹੀਂ ਵੇਖਣਗੇ, ਪਰਦਾ ਪਾ ਲਵੇਗਾ। ਪਰ ਸੱਚ ਜਾਣੀ, ਮਾਲਕ ਦੀ ਦਰਗਾਹ ਵਿਖੇ ਤਾਂ ਪਰਦੇ ਚੁੱਕੇ ਜਾਂਦੇ ਨੇ, ਉੱਥੇ ਪਰਦੇ ਨਹੀਂ ਪੈਂਦੇ, ਪਏ ਹੋਏ ਪਰਦੇ ਚੁੱਕੇ ਜਾਂਦੇ ਨੇ। ਤੇ ਉੱਥੇ ਫਿਰ ਤੇਰਾ ਬਚਾਅ ਕਿਵੇਂ ਹੋਵੇਗਾ? ਕਿਉਂਕਿ ਮੌਤ ਜਿਹੜੀ ਹੈ ਅਟਲ ਸੱਚਾਈ ਹੈ। ਜਿਸ ਵਕਤ ਪਰਿਪੂਰਨ ਪਰਮਾਤਮਾ ਨੇ ਇਹ ਅਜਰਾਇਲ ਫਰਿਸ਼ਤਾ, ਜਿਹਨੂੰ ਮੌਤ ਦਾ ਫਰਿਸ਼ਤਾ ਆਖਿਆ ਜਾਂਦਾ ਹੈ, ਇਹ ਪੈਦਾ ਕੀਤਾ। ਪਰਮਾਤਮਾ ਨੇ ਕਹਿੰਦੇ ਨੇ ਇੱਕ ਮੀਟਿੰਗ ਸੱਦੀ ਹੈ। ਉਸ ਮੀਟਿੰਗ ਦੇ ਵਿੱਚ
परिपूर्ण परमात्मा वाहिगुरु आके बैठ गया सिंघासन उत्ते। देवी देवते आ गए, पीर पैगंबर आ गए, औलीए आ गए, बहुत भारी इकट्ठ होया है। ते सारे उस अकाल पुरख वाहिगुरु वाल वेख रहे ने कि अकाल पुरख वाहिगुरु सानू कोई उपदेश देवेगा। की हुक्म करते हैं? कहते चुप दा शरनाटा छाया होया, अडीक कर रहे ने किसी दी मानो। ਐਨੇ ਚਿਰ ਨੂੰ ਸਭ ਤੋਂ ਬਾਅਦ ਇਹ ਅਜਰਾਇਲ ਫਰਿਸ਼ਤਾ ਆਇਆ, ਜਿਹਨੂੰ ਮੌਤ ਦਾ ਫਰਿਸ਼ਤਾ ਆਖਿਆ ਜਾਂਦਾ ਹੈ। ਜਦੋਂ ਅਜਰਾਇਲ ਫਰਿਸ਼ਤਾ ਆਇਆ, ਇਹਨੇ ਪਰਮਾਤਮਾ ਦੀ ਕਚਹਿਰੀ ਵਿੱਚ ਆਪਣੇ ਕਦਮ ਰੱਖੇ, ਤੇ ਕਦਮ ਰੱਖਦਿਆਂ ਸਾਰ ਹੀ ਜਿੰਨੇ ਵੀ ਉੱਥੇ ਦੇਵੀ ਦੇਵਤੇ ਸਨ, ਪੀਰ ਪੈਗੰਬਰ ਔਲੀਏ ਸੀ, ਇਹਨੂੰ ਦੇਖ ਕੇ ਸਾਰੇ ਮੂਰਛਿਤ ਹੋ ਕੇ ਧਰਤੀ ਉੱਤੇ ਡਿੱਗ ਗਏ, बेहोश हो गए। उस अजराइल फरिश्ते ने जाके परमात्मा के चरणों च नमस्कार की, परमात्मा दे के सीस झुका के खलो गया। तो परमात्मा देखदा, कदे अजराइल फरिश्ते वाल देखदा, कदे जिन्ने भी देवी देवते इत्यादि मूर्छित होकर डिगे ने उन्हां वाल तकदा है। तो परमात्मा फिर पुछदा, कहन लगे ऐ अजराइल फरिश्ते, तेरे सामने ये सारे लोग मूर्छित होकर डिग गए, तेरा परछावां पिया, तेरे दीदार कीते, तेरे दीदार करन नाल ये मूर्छित होकर डिग गए, तैनूं इन्हां दे विच तरस नहीं आया? दया नहीं तेरे मन च पैदा हुई? अगों अजराइल फरिश्ते ने उत्तर देना कीता, कहन लग्या परमात्मा, दया करनी जां नहीं करनी ये तुहाडा काम है। मेरी आप जी ने ड्यूटी लाई हुई है कि जीवा नूं मौत के घाट उतार के वो जिंद कढ़ के कोल लैके आनी है। जे परमात्मा मैं इस तरह सोचण लग पिया, किसी माँ के सामने किसी के पुत्र नूं ले जाना होवे, जां किसी नौजवान इस्त्री के पति नूं ले जाना होवे, जां पत्नी नूं ले जाना होवे, तो उन्हां रोंदियां कुलांदियां नूं देख के मेरे मन च दया आ जाएगी। जे दया आ गई फिर परमात्मा फिर जिहड़ा तैं मैनूं काम सौंपिया होया है, जो मेरी ड्यूटी लाई हुई है, उस ड्यूटी नूं निभाउण दे विच बहुत वड्डा विघन पै सकदा है। इस करके परमात्मा मैं ये नहीं सोचदा ये तेरा काम है दया करनी कि नहीं करनी। जे तू आखे मैं दया कर देवांगा, जे तू नहीं आखदा कोई दया नहीं होगी। कहते परमात्मा कहन लगे बस मैनू इहो जिहा अजराइल फरिश्ता चाहिदा सी, मैं यही वेखना चाहुंदा सी कि जिहनूं मैं बनाया किते लोकां दीयां पुकारां सुन के, लोकां रोंदियां सुन के किते दुनिया के लोगों नूं वो छड्ड के ना आ जावे, मेरी कुदरत विच विघन ना पै जावे, बनाई हुई कुदरत विच। तो गुरु सहुरे इहो जिहा अजराइल फरिश्ता है। मौत अटल सच्चाई है। जदों दस्तक दिती वो जीव जानदा जां अजराइल फरिश्ता जानदा है। बाकी सारा परिवार कोल बैठा हुंदा। तो गुरु जे मानो जदों मनुख दा समा आउंदा तो कई बारी आपां देखदे हां मनुख बीमार पिया होया, परिवार कोल बैठा, डॉक्टर इलाज कर रहे हैं, तो डॉक्टर पूरी बाह ला देंदे ने। इत्थों तक कई परिवार के मैंबर इत्थों तक आखते हैं कि डॉक्टर साहब तुसी माया की फिक्र ना करो, माया वध तो वध आपां खर्च देंगे, पर साडे जी नूं बचाना करो। तो डॉक्टर पूरी बाह लाउंदे ने। अखीर ते गुरु सर डॉक्टर भी कहते हैं ये साडे बस की गल नहीं, सॉरी कह देंदे ने। क्योंकि डॉक्टर तो आप खुद जिहड़ा डॉक्टर इलाज कर रहा ना, वो तो आप गुरु सर खुद मौत के अधीन है, उन्होंने भी एक दिन मौत आनी है। बड़े बड़े साइंटिस्ट विग्यानी जिन्हें खोजां कीतियां ने वो भी संसार तो कूच कर, वो भी मौत के अधीन ने, एक दिन उन्होंने भी मौत आनी है। जो मरना हर एक ने है, हर एक ने खत्म होना है, कोई स्थिर नहीं रहने वाला इस संसार विच। हर एक की वारी आपो आपो आ जानी है गुरु सवारे। इस करके सतगुरु कहते हैं जदों
ਉਹ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹ ਆਏ ਕੰਮ। ਕਿ ਜੇ ਚੰਗੇ ਕਰਮ ਕੀਤੇ ਨੇ ਨਾ, ਕਹਿੰਦੇ ਮਾਲਕ ਦੀ ਦਰਗਾਹ ਵਿਖੇ ਉਹ ਕੰਮ ਆਉਣਗੇ। ਇਸੇ ਤਰ੍ਹਾਂ ਹੀ ਫਰੀਦ ਸਾਹਿਬ ਬਾਂਝ ਦਾ ਪਹਿਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਜਦੋਂ ਫਰੀਦ ਸਾਹਿਬਾਨ ਦੀ ਬਾਣੀ ਪ੍ਰਾਰੰਭ ਹੁੰਦੀ ਹੈ, ਪਹਿਲੇ ਸ਼ਲੋਕ ਦੇ ਵਿੱਚ ਹੀ ਫਰੀਦ ਸਾਹਿਬਾਨ ਜੀ ਸਾਨੂੰ ਇਹੀ ਉਪਦੇਸ਼ ਦਿੰਦੇ ਨੇ, ਬਰਾਗਮੀ ਉਪਦੇਸ਼ ਬਖਸ਼ਿਸ਼ ਕਰਦੇ, ਸਮਝਾਉਂਦੇ ਨੇ। ਕੀ ਕਹਿੰਦੇ ਨੇ ਫਰੀਦ ਸਾਹਿਬਾਨ ਜੀ? ਕਹਿੰਦੇ ਜਿੱਤ ਦਿਹਾੜੇ ਧਨ ਬਾਰੀ, ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਂਦਾ, ਮੋਹ ਦੇ ਖਾਲੇ ਆਏ, ਜਿੰਦ ਨਿਮਾਣੀ ਕੱਢੀ ਐ, ਹੱਡਾਂ ਕੂਕੜ ਕਾਏ, ਸਾਹੇ ਲਿਖ ਨ ਚੱਲਣੀ, ਜਿੰਦੂ ਕੂ ਸਮਝਾਏ, ਜਿੰਦ ਬਹੁਟੀ ਮਰਨ ਬਰ, ਲੈ ਜਾਸੀ ਪਰਨਾਏ। ਬਾਬਾ ਫਰੀਦ ਸਾਹਿਬਾਨ ਜੀ ਕਹਿੰਦੇ ਨੇ ਜਿੰਦ ਨਿਮਾਣੀ, ਕਹਿੰਦੇ ਜਿਹੜੀ ਇਹ ਜਿੱਤ ਦਿਹਾੜਾ ਧਨ ਖੜੀ, ਸਾਹੇ ਲਿਖ ਸਮਝਾਏ। ਜਦੋਂ ਕਹਿੰਦੇ ਇਹ ਜੀਵ ਇਹ ਜੀਵ ਰੂਪੀ ਇਸਤਰੀ, ਮਾਨੋ ਜਦੋਂ ਇਹਦਾ ਸੰਸਾਰ ਵਿੱਚ ਜਨਮ ਹੋਇਆ ਨਾ, ਤੇ ਉਦੋਂ ਇਹਦਾ ਸਾਹਾ ਲਿਖ ਦਿੱਤਾ ਗਿਆ। ਜਿਵੇਂ ਇੱਕ ਘਰ ਵਿੱਚ ਲੜਕੀ ਨੂੰ ਪਿਆਰ ਨਾਲ ਪਾਲਿਆ ਜਾਂਦਾ, ਮਾਪੇ ਪਾਲਦੇ ਨੇ ਪਿਆਰ ਦੇ ਨਾਲ। ਜਦੋਂ ਵੱਡੀ ਹੋ ਜਾਂਦੀ ਹੈ, ਤੇ ਵੱਡੀ ਹੋਣ ਵੇਲੇ ਉਸ ਲੜਕੀ ਦੀ ਸ਼ਾਦੀ ਕੀਤੀ ਜਾਂਦੀ ਹੈ, ਸਹੁਰਾ ਪਰਿਵਾਰ ਲੱਭਿਆ ਜਾਂਦਾ ਹੈ, ਲੜਕੇ ਦੀ ਭਾਲ ਕੀਤੀ ਜਾਂਦੀ ਹੈ, ਤੇ ਲੜਕੇ ਵਾਲੇ ਆਉਂਦੇ ਨੇ ਤੇ ਲੜਕੀ ਨੂੰ ਵਿਆਹ ਕੇ ਲੈ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀ ਮੌਤ ਹੈ ਨਾ, ਮੌਤ ਵੀ ਕਹਿੰਦੇ ਇੱਕ ਤਰ੍ਹਾਂ ਲਾੜੀ ਮੌਤ ਹੈ। ਅੱਜ ਨਹੀਂ ਤਾਂ ਕੱਲ੍ਹ ਇਹ ਆ ਜਾਣੀ ਹੈ। ਕਹਿੰਦੇ ਜਦੋਂ ਸਮਾਂ ਆਵੇਗਾ ਨਾ, ਕਹਿੰਦੇ ਉਦੋਂ ਕਿਸੇ ਨੇ ਰੋਕਣਾ ਨਹੀਂ ਹੈ, ਕਿਉਂਕਿ ਉਸ ਮਾਲਕ ਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੀਵ ਸੰਸਾਰ ਵਿੱਚ ਆਇਆ। ਜਦੋਂ ਸਮਾਂ ਆਵੇ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਹੱਡਾਂ ਨੂੰ ਕੜਕਾ ਕੇ ਭਾਵ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਰੋਗ ਲੱਗ ਜਾਣੇ, ਸ਼ੂਗਰ ਹੋ ਗਈ, ਹੋਰ ਅਨੇਕਾਂ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਣੇ, ਜਿਹਦੇ ਰਾਹੀਂ ਜੀਵ ਦਾ ਸਰੀਰ ਨਿਢਾਲ ਹੋ ਜਾਣਾ, ਬਿਲਕੁਲ ਕਮਜ਼ੋਰ ਹੋ ਜਾਣਾ। ਤੇ ਉਹਨਾਂ ਹੱਡਾਂ ਦੇ ਵਿੱਚੋਂ ਫਿਰ ਗੁਰੂ ਸਵਾਰਿਓ ਹੱਡਾਂ ਨੂੰ ਕੜਕਾ ਕੇ ਪਰਮਾਤਮਾ ਵਿੱਚੋਂ ਜਿੰਦ ਕੱਢਦਾ ਹੈ। ਤੇ ਜਿੰਨੀ ਮਰਜ਼ੀ ਉਹਦੇ ਕੋਲ ਰੋਕਣ ਦੀ ਕੋਸ਼ਿਸ਼ ਕਰ ਲਈਏ, ਉਹ ਸਮਾਂ ਨਹੀਂ ਰੁਕ ਸਕਦਾ, ਕਿਉਂਕਿ ਬਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ, ਕੋਈ ਧੀਰਜ ਨਹੀਂ ਬਣ ਸਕਦਾ। ਇਸ ਕਰਕੇ ਇੱਥੇ ਇਸ ਪਾਵਨ ਸ਼ਬਦ ਵਿੱਚ ਪਾਤਸ਼ਾਹ ਇਹੀ ਉਪਦੇਸ਼ ਦਿੰਦੇ ਨੇ, ਕਹਿੰਦੇ ਭਾਈ ਕਿਉਂ ਰਹੀ ਹੈ, ਉੱਠ ਚੱਲਣਾ। ਸੰਸਾਰ ਵਿੱਚ ਕਹਿੰਦੇ ਕਿਵੇਂ ਰਹਿਣਾ ਕਰੀਏ, ਉੱਠ ਚੱਲਣਾ। ਇੱਕ ਦਿਨ ਸਮਾਂ ਆਣਾ ਜੀਵ ਤੇ ਸੰਸਾਰ ਤੋਂ ਉੱਠ ਕੇ ਚਲਿਆ ਜਾਣਾ, ਕੂਚ ਕਰ ਜਾਣਾ। ਬੁੱਝ ਸ਼ਬਦ ਵਿਚਾਰਾ, ਤੂੰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਦੀ ਵਿਚਾਰ ਕਰ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ, ਇਹ ਗੱਲ ਯਾਦ ਰੱਖ, ਆਪਣੇ ਪੱਲੇ ਵਿੱਚ ਪਾ ਕੇ ਰੱਖ ਕਿ ਅੱਜ ਨਹੀਂ ਤਾਂ ਕੱਲ੍ਹ ਮੈਂ ਮਰਨਾ ਜ਼ਰੂਰ ਹੈ, ਅੱਜ ਨਹੀਂ ਤਾਂ ਕੱਲ੍ਹ ਮੇਰੀ ਮੌਤ ਜ਼ਰੂਰ ਹੋਣੀ ਹੈ। ਇਸ ਤਰ੍ਹਾਂ ਤੂੰ ਆਪਣੇ ਸੰਸਾਰ ਵਿਚਰਦਾ ਹੋਇਆ ਜੀਵ ਆਪਣੀ ਜ਼ਿੰਦਗੀ ਬਤੀਤ ਕਰ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੈਨੂੰ ਕੋਈ ਔਖਿਆਈ ਨਾ ਹੋਵੇ। ਤੂੰ ਸ਼ਬਦ ਦੀ ਵਿਚਾਰ ਕਰ, ਸ਼ਬਦ ਨਾਲ ਜੁੜ। ਜੋ ਸ਼ਬਦ ਨਾਲ ਜੁੜੇਗਾ ਫਿਰ ਤੇਰਾ ਭਲਾ ਹੋ ਜਾਵੇਗਾ। ਜਿਸ ਤੂੰ ਮਿਲ ਹੈ ਸੋ ਮਿਲੈ, ਧੁਰ ਹੁਕਮ ਅਪਾਰਾ। ਪਰ ਕਹਿੰਦੇ ਪਰਮਾਤਮਾ ਜੀਵ ਦੇ ਵੱਸ ਵੀ ਕੀ ਗੱਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸ਼ਬਦ ਨਾਲ ਜੁੜ। ਪਰ ਕਹਿੰਦੇ ਨਾਲ ਅਗਲੀ ਪੰਕਤੀ ਬਖਸ਼ਿਸ਼ ਕਰਦੇ, ਕਹਿੰਦੇ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਹੇ ਪ੍ਰਭੂ ਪਰਮਾਤਮਾ, ਜਿਸ ਤੂੰ ਮਿਲ ਹੈ, ਜਿਹਨੂੰ ਤੂੰ ਮੇਲਦਾ ਨਾ ਆਪਣੇ ਨਾਲ, ਉਹੀ ਮਿਲ ਸਕਦੇ ਨੇ। ਧੁਰ ਹੁਕਮ ਅਪਾਰਾ, ਅਪਾਰਾ ਧੁਰੋਂ ਹੀ ਅਪਾਰ ਆਪ ਜੀ ਦਾ ਹੁਕਮ ਹੋਇਆ ਹੁੰਦਾ ਹੈ।
ਤੇਰੇ ਹੁਕਮ ਦੇ ਵਿੱਚ ਇਕਨਾਂ ਨੂੰ ਆਪ ਜੀ ਨੇ ਆਪਣੇ ਹੁਕਮ ਦੇ ਵਿੱਚ ਆਪਣੇ ਨਾਲ ਮਿਲਿਆ ਹੋਇਆ ਉਹਨਾਂ ਪਾਸੋਂ ਬਾਣੀ ਪੜ੍ਹਾਉਂਦੇ, ਸਿਮਰਨ ਕਰਾਉਂਦੇ, ਅੰਮ੍ਰਿਤ ਵੇਲੇ ਉਠਾਉਂਦੇ ਉਹਨਾਂ ਪਾਸੋਂ ਨਾਮ ਜਪਾਉਂਦੇ ਨੇ। ਇਕਨਾਂ ਨੂੰ ਗੁਰੂ ਸਰ ਆਪਣੇ ਹੁਕਮ ਦੇ ਵਿੱਚ ਹੀ ਪਰਿਪੂਰਨ ਪਰਮਾਤਮਾ ਨੇ ਭਟਕਣਾ ਵਿੱਚ ਪਾਇਆ ਹੋਇਆ ਹੈ। ਉਹ ਦਿਨ ਰਾਤ ਭਟਕਦੇ ਫਿਰਦੇ ਨੇ। ਹੈ ਕਹਿੰਦੇ ਸਭ ਕੁਝ ਉਸ ਪਰਮਾਤਮਾ ਦੀ ਖੇਡ ਹੈ। ਜੇ ਪਰਮਾਤਮਾ ਨੇ ਚੰਗਿਆਈ ਪੈਦਾ ਕੀਤੀ ਹੈ ਅਤੇ ਨਾਲ ਪਰਮਾਤਮਾ ਨੇ ਬੁਰਿਆਈ ਪੈਦਾ ਕੀਤੀ ਹੈ। ਸਿਰਫ ਉਸ ਬੁਰਿਆਈ ਨੂੰ ਖਤਮ ਕਰਨ ਲਈ ਫਿਰ ਪਰਮਾਤਮਾ ਵਾਰ-ਵਾਰ ਚੰਗੇ ਪੁਰਸ਼ ਸੰਸਾਰ ਵਿੱਚ ਪੈਦਾ ਕਰਦਾ ਅਤੇ ਚੰਗਿਆਈ ਅਤੇ ਬੁਰਿਆਈ ਦੀ ਅੰਤ ਤੱਕ ਲੜਾਈ ਹੁੰਦੀ ਹੈ ਅਤੇ ਅਖੀਰ 'ਤੇ ਜਿੱਤ ਗੁਰੂ ਸਾਹਿਬ ਚੰਗਿਆਈ ਦੀ ਹੁੰਦੀ ਹੈ। ਇਹ ਪਰਮਾਤਮਾ ਦੀ ਖੇਡ ਬਣਾਈ ਹੋਈ ਹੈ। ਰੋਜ਼ਾਨਾ ਆਪਾਂ ਪੜ੍ਹਦੇ ਹਾਂ ਨਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਅਖੀਰਲੀ ਪੰਕਤੀ ਬਚਨ ਕਰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਮਾਲਕ ਦੀ ਦਰਗਾਹ ਵਿਖੇ ਧਰਮ ਰਾਜ ਦੇ ਕੋਲ ਚੰਗਿਆਈ ਅਤੇ ਬੁਰਿਆਈ ਦੀ ਫਿਰ ਬਾਛੇ ਜਾਂਦੇ ਨੇ, ਵਿਚਾਰ ਹੁੰਦੀ ਹੈ। ਚੰਗੇ ਗੁਣਾਂ ਦਾ ਚੰਗਾ ਫਲ ਅਤੇ ਮਾੜਿਆਂ ਦਾ ਮਾੜਾ ਫਲ। ਪਰ ਜਿਨ੍ਹਾਂ ਨੇ ਮਸ਼ੱਕਤ ਕੀਤੀ ਹੈ, ਘਾਲ ਕਮਾਈ ਕੀਤੀ ਹੈ, ਉਹ ਜਦੋਂ ਸੰਸਾਰ ਤੋਂ ਜਾਂਦੇ ਨੇ ਗੁਰੂ ਸਵਾਰਿਓ, ਉਹਨਾਂ ਦਾ ਮੁੱਖ ਫਿਰ ਮਾਲਕ ਦੀ ਦਰਗਾਹ ਵਿਖੇ ਉਜਲਾ ਹੁੰਦਾ ਹੈ। ਫਿਰ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਗੁਰੂ ਸਾਹਿਬਾਨ ਜੀ ਕੱਢ ਦਿੰਦੇ ਨੇ। ਸੋ ਸਤਿਗੁਰੂ ਕਹਿੰਦੇ ਨੇ ਭਾਈ, ਪਰ ਜੀਵ ਦੇ ਵੱਸ ਦੀ ਗੱਲ ਨਹੀਂ। ਜਿਹੜੇ ਉਸ ਮਾਲਕ ਨੂੰ ਭਾਉਂਦੇ ਨੇ ਉਹਨਾਂ ਨੂੰ ਮਾਲਕ ਆਪਣੇ ਨਾਲ ਮੇਲ ਲੈਂਦਾ ਹੈ। ਇਹੀ ਮਾਲਕ ਧੁਰ ਹੁਕਮ ਅਪਾਰਾ, ਧੁਰੋਂ ਹੀ ਮਾਲਕ ਪ੍ਰਭੂ ਦਾ ਇਹ ਹੁਕਮ ਹੁੰਦਾ ਹੈ। ਹੁਕਮ ਦੇ ਵਿੱਚ ਹੀ ਰੱਖ ਕੇ ਇੱਕ ਨੂੰ ਮੇਲਦਾ, ਇੱਕ ਨੂੰ ਵਿਛੋੜੇ ਵਿੱਚ ਪਾਇਆ ਹੋਇਆ ਹੈ। ਹੁਕਮ ਭਇਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸੋਹ ਦੇਹ ਸਰੀਰੈ। ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਪਹਿਲੀ ਪੰਕਤੀ ਦੇ ਵਿੱਚ ਕਿ ਹੁਕਮ ਭਇਆ, ਕਿ ਵਾਹਿਗੁਰੂ ਦਾ ਹੁਕਮ ਹੋ ਗਿਆ। ਰਹਿਣਾ ਨਹੀਂ ਸੰਸਾਰ ਵਿੱਚ, ਕਹਿੰਦੇ ਥਿਰ ਨਹੀਂ ਰਹਿਣਾ। ਛੇਕ ਹਿਆਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮਨੁੱਖ ਹਰ ਸਮੇਂ ਮਾਣ ਕਰਦਾ ਹੈ ਕਿ ਮੇਰਾ ਘਰ, ਮੈਂ ਇੱਥੋਂ ਦਾ ਰਾਜਾ, ਮੈਂ ਆਹ ਹਾਂ, ਮੈਂ ਆਹ ਹਾਂ, ਆਪਣੇ ਮਰਤਬਿਆਂ ਨੂੰ ਗਿਣਦਾ ਹੈ। ਪਰ ਜਿਹੜੇ ਮਰਤਬਾ ਅੱਜ ਤੈਨੂੰ ਪ੍ਰਾਪਤ ਹੋਇਆ, ਪਹਿਲਾਂ ਇਹਦੇ ਉੱਤੇ ਕਈ ਬੈਠ ਚੁੱਕੇ ਨੇ। ਆਪ ਜੀ ਨੇ ਕਈ ਵਾਰੀ ਸਾਖੀ ਸਰਵਣ ਕੀਤੀ ਹੈ ਨਾ ਕਿ ਜੀਵ ਇੱਕ ਮੁਸਾਫਰ ਹੈ, ਸਫ਼ਰ ਕਰ ਰਿਹਾ। ਕਹਿੰਦੇ ਨੇ ਇੱਕ ਫਕੀਰ, ਰੱਬ ਦਾ ਪਿਆਰਾ ਫਕੀਰ ਲੰਘਦਾ ਹੋਇਆ ਜਾ ਰਿਹਾ, ਕਿਸੇ ਰਾਜੇ ਦੇ ਮਹਿਲਾਂ ਦੇ ਕੋਲ ਆ ਗਿਆ। ਉੱਥੇ ਸਿਪਾਹੀ ਖਲੋਤੇ ਨੇ। ਸਿਪਾਹੀ ਨੂੰ ਕਹਿਣ ਲੱਗੇ ਆ, ਅੰਦਰ ਪ੍ਰਵੇਸ਼ ਹੋਣ ਲੱਗਿਆ। ਸਿਪਾਹੀ ਕਹਿਣ ਲੱਗਿਆ, ਬਾਬਾ ਕਿੱਥੇ ਜਾ ਰਿਹਾ? ਕਹਿਣ ਲੱਗਿਆ, ਮੁਸਾਫਰ ਖਾਨੇ ਵਿੱਚ ਮੈਂ ਰਾਤ ਕੱਟਣੀ ਹੈ। ਸਿਪਾਹੀ ਅੱਗੋਂ ਉੱਤਰ ਦਿੰਦਾ ਕਿ ਬਾਬਾ ਮੁਸਾਫਰ ਖਾਨਾ ਅੱਗੇ ਹੈ, ਰਾਜੇ ਨੇ, ਇਹ ਰਾਜੇ ਦਾ ਮਹਿਲ ਹੈ, ਇਹ ਤੂੰ ਅੱਗੇ ਮੁਸਾਫਰ ਖਾਨਾ ਬਣਾਇਆ ਹੋਇਆ, ਉੱਥੇ ਜਾ ਕੇ ਰਾਤ ਕੱਟਣਾ ਕਰ। ਕਹਿੰਦੇ ਫਕੀਰ ਅੱਗੇ ਗਿਆ, ਥੋੜ੍ਹੀ ਦੂਰ ਜਾ ਕੇ ਫਿਰ ਵਾਪਸ ਮੁੜ ਆਇਆ। ਕਹਿਣ ਲੱਗਿਆ ਮੁਸਾਫਰ ਖਾਨੇ 'ਚ ਰਾਤ ਕੱਟਣੀ ਹੈ। ਸਿਪਾਹੀ ਗੁੱਸੇ ਵਿੱਚ ਹੋ ਗਿਆ, ਕਹਿਣ ਲੱਗੇ ਬਾਬਾ ਤੈਨੂੰ ਮੈਂ ਵਾਰ-ਵਾਰ ਆਖਦਾ, ਇਹ ਮੁਸਾਫਰ ਖਾਨਾ ਨਹੀਂ, ਇਹ ਰਾਜੇ ਦਾ ਮਹਿਲ ਹੈ। ਮੁਸਾਫਰ ਖਾਨਾ ਅੱਗੇ ਬਣਾਇਆ, ਉੱਥੇ ਜਾ ਕੇ ਆਰਾਮ ਕਰ। ਫਕੀਰ ਅੱਗੇ ਤੁਰਿਆ, ਤੀਜੀ ਵਾਰੀ ਫਿਰ ਆ ਗਿਆ ਅਤੇ ਸਿਪਾਹੀ ਬੜੇ ਗੁੱਸੇ ਵਿੱਚ ਆਇਆ। ਕਹਿਣ ਲੱਗਿਆ ਬਾਬਾ ਮੁਸਾਫਰ ਖਾਨੇ ਦਾ ਮੈਨੂੰ ਪਤਾ ਨਹੀਂ, ਰਾਜਾ ਉੱਪਰ ਅਟਾਰੀ ਸੁੱਤਾ ਹੋਇਆ, ਜੇ ਰਾਜਾ ਉੱਠ ਗਿਆ ਨਾ ਉਹਦੀ ਨੀਂਦ ਖਰਾਬ ਹੋ ਗਈ, ਤੈਨੂੰ ਚੁੱਕ ਕੇ ਉਹਨੇ ਕੈਦਖਾਨੇ ਸੁੱਟ ਦੇਣਾ ਹੈ, ਤੇਰਾ ਸਾਰੀ ਜਿਹੜੀ ਆਜ਼ਾਦੀ ਖਤਮ ਹੋ ਜਾਣੀ ਹੈ। ਜੇ ਆਪਣਾ ਭਲਾ ਚਾਹੁੰਦਾ ਨੇ ਇੱਥੋਂ ਚਲੇ ਆ ਜਾ। ਕਹਿੰਦੇ ਫਕੀਰ ਵਾਰ-ਵਾਰ ਆਖੇ ਮੁਸਾਫਰ ਖਾਨਾ,
ਉਹ ਕਿ ਰਾਜੇ ਦਾ ਮਹਿਲ ਹੈ। ਇਸ ਤਰ੍ਹਾਂ ਦੋਨੋਂ ਝਗੜ ਰਹੇ ਨੇ। ਐਨੇ 'ਚ ਨੂੰ ਰਾਜਾ ਆਪਣੀ ਅਟਾਰੀ 'ਚੋਂ ਬਾਰੀ ਖੋਲ੍ਹੀ ਹੈ, ਦੇਖੀਏ ਥੱਲੇ ਆਵਾਜ਼ ਆ ਰਹੀ ਹੈ। ਪੁੱਛਿਆ ਕੀ ਹੋਇਆ? ਸਿਪਾਹੀ ਕਹਿਣ ਲੱਗਿਆ ਕਿ ਇਹ ਕਹਿੰਦਾ ਮੈਂ ਮੁਸਾਫਰਖਾਨੇ ਰਾਤ ਕੱਟਣੀ ਹੈ, ਮੈਂ ਆਖਦਾ ਕਿ ਇਹ ਮਹਿਲ ਹੈ, ਮੁਸਾਫਰਖਾਨਾ ਅੱਗੇ ਬਣਿਆ ਹੋਇਆ, ਬਸ ਇਹੀ ਝਗੜਾ ਹੈ। ਤੇ ਰਾਜਾ ਕਹਿਣ ਲੱਗਿਆ, ਹੇ ਸਾਈਂ ਪੀਰ, ਮੁਸਾਫਰਖਾਨਾ ਅੱਗੇ ਬਣਿਆ ਹੋਇਆ, ਉੱਥੇ ਜਾ ਕੇ ਤੁਸੀਂ ਆਰਾਮ ਕਰਨਾ ਕਰੋ, ਇਹ ਮੇਰਾ ਮਹਿਲ ਹੈ। ਅੱਗੋਂ ਉਸ ਰਾਜੇ ਨੂੰ, ਜਦੋਂ ਰਾਜੇ ਨੇ ਇਸ ਤਰ੍ਹਾਂ ਆਖਿਆ ਤੇ ਫਕੀਰ ਕਹਿਣ ਲੱਗਿਆ, ਮੈਂ ਕੁਝ ਸਾਲ ਪਹਿਲਾਂ ਆਇਆ ਸੀ, ਇਹੀ ਮਹਿਲ ਸੀ, ਇਹੀ ਅਟਾਰੀ ਹੈ ਜਿਸ ਥਾਂ 'ਤੇ, ਜਿਸ ਬਾਰੀ ਵਿੱਚ ਤੂੰ ਖਲੋਤਾ ਹੈ। ਉਦੋਂ ਮੈਂ ਵੀ ਇਸ ਤਰ੍ਹਾਂ ਜਿੱਦ ਕੀਤੀ ਸੀ, ਮੁਸਾਫਰਖਾਨੇ ਵਿੱਚ ਰਾਤ ਕੱਟਣੀ ਹੈ, ਤੇ ਉਦੋਂ ਕਹਿਣ ਵਾਲਾ ਕੋਈ ਹੋਰ ਸੀ ਕਿ ਮੇਰਾ ਮਹਿਲ ਹੈ, ਅੱਜ ਕੋਈ ਹੋਰ ਹੈ ਤੇ ਕੱਲ੍ਹ ਕੋਈ ਹੋਰ ਸੀ। ਅੱਗੋਂ ਉਹ ਰਾਜਾ ਕਹਿਣ ਲੱਗਿਆ, ਉਹ ਮੇਰੇ ਪਿਤਾ ਜੀ ਸਨ। ਤੇ ਫਕੀਰ ਕਹਿਣ ਲੱਗਾ, ਉਹ ਤੋਂ ਪਹਿਲਾਂ ਵੀ ਮੈਂ ਆਇਆ ਸੀ, ਉਹ ਤੋਂ ਕੋਈ ਹੋਰ ਸੀ। ਕਹਿਣ ਲੱਗਿਆ, ਉਹ ਮੇਰੇ ਦਾਦਾ ਜੀ ਸਨ। ਤੇ ਫਕੀਰ ਕਹਿਣ ਲੱਗਿਆ, ਜੇ ਤੇਰੇ ਦਾਦਾ ਜੀ ਨਹੀਂ ਰਹੇ, ਉਹ ਵੀ ਸੰਸਾਰ ਤੋਂ ਚਲੇ ਗਏ, ਵੀ ਕਹਿੰਦੇ ਸੀ ਮੇਰਾ ਮਹਿਲ ਹੈ, ਤੇਰੇ ਪਿਤਾ ਜੀ ਕਹਿੰਦੇ ਸੀ ਮੇਰਾ ਮਹਿਲ ਹੈ, ਹੁਣ ਤੂੰ ਕਹਿ ਰਿਹਾ ਮੇਰਾ ਮਹਿਲ ਹੈ, ਕੱਲ੍ਹ ਨੂੰ ਤੈਂ ਵੀ ਚਲਿਆ ਜਾਣਾ ਤੇ ਮੈਂ ਵੀ ਚਲਿਆ ਜਾਣਾ ਹੈ, ਫਿਰ ਤੇਰਾ ਮੇਰਾ ਕਿਵੇਂ ਹੋ ਗਿਆ? ਸਭ ਕੁਝ ਉਸ ਪਰਮਾਤਮਾ ਦਿੱਤੀਆਂ ਹੋਈਆਂ ਇਹ ਦਾਤਾਂ ਨੇ। ਅਸਲ ਵਿੱਚ ਸਾਡੇ ਰਹਿਣ ਲਈ ਪਰਮਾਤਮਾ ਨੇ ਸਾਨੂੰ ਘਰ ਦਿੱਤੇ ਨੇ, ਮਕਾਨ ਦਿੱਤੇ ਨੇ, ਸਾਨੂੰ ਕਾਰੋਬਾਰ ਦਿੱਤਾ ਹੈ, ਇਹ ਸਭ ਕੁਝ ਦਾਤਾਂ ਦਿੱਤੀਆਂ ਨੇ ਵਾਹਿਗੁਰੂ ਦੀਆਂ। ਉਹਦੀਆਂ ਦਾਤਾਂ ਪ੍ਰਾਪਤ ਕਰਕੇ ਅਸੀਂ ਉਸ ਮਾਲਕ ਦਾ ਧੰਨਵਾਦ ਕਰਨਾ, ਸ਼ੁਕਰ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਤੁਸੀਂ ਸਾਨੂੰ ਇਹ ਰੁਜ਼ਗਾਰ ਦਿੱਤਾ, ਸਾਨੂੰ ਛੱਤ ਦਿੱਤੀ ਹੈ। ਅਤੇ ਕਈ ਇਹੋ ਜਿਹੇ ਵੀ ਹਨ ਜਿਹੜੇ ਸੜਕਾਂ ਦੇ ਉੱਤੇ ਗੁਰੂ ਸਰ ਫੁੱਟਪਾਥ ਉੱਤੇ ਸੋ ਕੇ ਆਪਣੀ ਰਾਤਾਂ ਬਤੀਤ ਕਰਦੇ ਨੇ। ਹੈ ਤਾਂ ਉਹ ਵੀ ਮਨੁੱਖ ਨੇ, ਆਪਾਂ ਵੀ ਮਨੁੱਖ ਨੇ ਅਤੇ ਉਹ ਵੀ ਮਨੁੱਖ ਨੇ। ਅਤੇ ਕਈਆਂ ਨੂੰ ਛੱਤ ਨਸੀਬ ਨਹੀਂ, ਅਤੇ ਕਈਆਂ ਨੂੰ ਗੁਰੂ ਸਵਾਰਿਓ ਆਲੀਸ਼ਾਨ ਮਕਾਨ ਮਾਲਕ ਨੇ ਦਿੱਤੇ ਹੋਏ ਨੇ। ਕਈਆਂ ਦੇ ਗੁਰੂ ਇੱਕ ਸਮੇਂ ਦਾ ਪ੍ਰਸ਼ਾਦਾ ਨਹੀਂ ਬਣਦਾ, ਅਤੇ ਕਈਆਂ ਦੇ 36 ਪ੍ਰਕਾਰ ਦੇ ਪਕਵਾਨ ਬਣਦੇ ਨੇ। ਹੈ ਸਾਰੇ ਇਹ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਹੈ। ਜਿਹੋ ਜਿਹੇ ਆਪਾਂ ਕਰਮ ਕਰਾਂਗੇ ਉਹਦੇ ਮੁਤਾਬਿਕ ਉਨਾ ਕੁ ਫਲ ਮਿਲਦਾ ਹੈ। ਮਿਲਦੀ ਹਰ ਇੱਕ ਨੂੰ, ਚਾਹੇ ਕੋਈ ਕਿਸੇ ਨੂੰ ਵੱਧ ਮਿਹਨਤ ਮਸ਼ੱਕਤ ਕਰਕੇ ਰੋਟੀ ਮਿਲਦੀ ਹੈ, ਕਿਸੇ ਨੂੰ ਮਿਹਨਤ ਘੱਟ ਕਰਨੀ ਪੈਂਦੀ, ਸੌਖਿਆਂ ਮਿਲ ਜਾਂਦੀ, ਪਰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ, ਉਹ ਵੱਖਰੀ ਗੱਲ ਹੈ। ਕਿਸੇ ਨੂੰ ਗੁਰੂ ਸਵਾਰਿਓ ਚੰਗੇ ਚੋਖੇ ਪ੍ਰਸਾਦੇ ਮਿਲਦੇ, ਕਿਸੇ ਰੁੱਖੀ ਸੁੱਖੀ ਮਿਲਦੀ ਹੈ। ਅਤੇ ਬਾਬਾ ਫਰੀਦ ਸਾਹਿਬਾਨ ਜੀ ਕਹਿੰਦੇ ਨਹੀਂ, ਜੇ ਰੁੱਖੀ ਸੁੱਖੀ ਜਿਹੋ ਜਿਹੀ ਮਿਲ ਗਈ ਉਹਨੂੰ ਪ੍ਰਾਪਤ ਕਰਕੇ ਤੂੰ ਮਾਲਕ ਦਾ ਸ਼ੁਕਰ ਕਰ, ਧੰਨਵਾਦ ਕਰ। ਫਰੀਦਾ ਰੁੱਖੀ ਸੁੱਖੀ ਖਾਇ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਕਹਿੰਦੇ ਇਸ ਤਰ੍ਹਾਂ ਤੂੰ ਰੁੱਖੀ ਸੁੱਖੀ ਖਾ ਕੇ ਪਰਮਾਤਮਾ ਸ਼ੁਕਰ ਕਰ। ਇਹ ਨਾ ਦੇਖ ਕਿ ਮੇਰੇ ਕੁਝ ਵੀ ਨਹੀਂ ਹੈ, ਗੁਆਂਢੀਆਂ ਦੇ ਕੋਲ ਸਭ ਕੁਝ ਹੈ, ਇਸ ਤਰ੍ਹਾਂ ਈਰਖਾ ਨਾ ਕਰਨਾ ਕਰ। ਕਹਿੰਦੇ ਈਰਖਾ ਕਰਨਾ ਕੁਝ ਨਹੀਂ ਹੋਣਾ, ਚੰਗੇ ਕਰਮ ਕਰ, ਤੇਰੇ ਕਰਮਾਂ ਅਨੁਸਾਰ ਤੈਨੂੰ ਮਿਲੇਗਾ, ਅਤੇ ਜਿਹੜੇ ਉਹਨੇ ਕਰਮ ਕੀਤੇ ਉਹਦੇ ਅਨੁਸਾਰ ਉਹਨੂੰ ਮਿਲ ਰਿਹਾ ਹੈ। ਚੰਗੇ ਕਰਮ ਕਰੇਗਾ, ਚੰਗੇ ਕਰਮਾਂ ਦਾ ਚੰਗਾ ਫਲ ਹੋਵੇਗਾ, ਅਤੇ ਮਾੜਿਆਂ ਦਾ ਮਾੜਾ ਫਲ ਹੋਵੇਗਾ। ਇਸ ਕਰਕੇ ਗੁਰੂ ਸਵਾਰਿਓ ਰਹਿਣਾ ਕਿਸੇ ਨੇ ਸੰਸਾਰ ਵਿੱਚ ਨਹੀਂ ਹੈ, ਹਰ ਇੱਕ ਨੇ ਕੂਚ ਕਰ ਜਾਣਾ ਹੈ। ਪ੍ਰਾਹੁਣਚਾਰੀ ਵੀ, ਜਿਵੇਂ ਪ੍ਰਾਹੁਣੇ ਆਉਂਦੇ, ਮਹਿਮਾਨ ਆਉਂਦੇ ਨੇ, ਉਹ ਚਲੇ ਜਾਂਦੇ ਨੇ, ਇਸੇ ਤਰ੍ਹਾਂ ਆਪਾਂ ਵੀ ਸੰਸਾਰ ਘਰ ਵਿੱਚ ਪ੍ਰਾਹੁਣੇ ਬਣ ਕੇ ਆਏ ਹਾਂ, ਮਹਿਮਾਨ ਬਣ ਕੇ ਆਏ ਹਾਂ। ਅੱਜ ਨਹੀਂ ਤਾਂ ਕੱਲ੍ਹ ਸਾਡਾ ਸਮਾਂ ਸਮਾਪਤ ਹੋ ਜਾਣਾ ਹੈ। ਅਸਲ ਵਿੱਚ ਜਿਵੇਂ ਇੱਕ ਘਰ ਵਿੱਚ ਬੱਚੇ ਖੇਡਦੇ ਹੁੰਦੇ ਨੇ ਨਾ, ਬੱਚੇ ਖੇਡਣ ਲਈ ਬਾਹਰ ਆਉਂਦੇ, ਸਾਰਾ ਦਿਨ ਖੇਡਦੇ ਅਤੇ ਸ਼ਾਮਾਂ ਨੂੰ ਘਰ ਵਿੱਚ ਵਾਪਸ ਆ ਜਾਂਦੇ ਨੇ। ਇਸੇ ਤਰ੍ਹਾਂ ਪ੍ਰਮਾਤਮਾ ਨੇ ਸੰਸਾਰ ਘਰ ਦੀ ਖੇਡ ਬਣਾਉਣਾ ਕੀਤੀ। ਜਦੋਂ ਜੀਵਨ ਨੂੰ ਪੈਦਾ ਕੀਤਾ ਨਾ, ਸਰੀਰ ਦਿੱਤਾ, ਮਨੁੱਖਾ ਦੇਹੀ ਦਿੱਤੀ ਹੈ, ਉਦੋਂ ਪਰਮਾਤਮਾ ਦੱਸਿਆ ਕਿ ਖੇਡ ਖੇਡਣ ਜਾਣਾ ਹੈ। ਦੱਸ ਤੈਨੂੰ ਕਿੰਨਾ ਸਮਾਂ ਦੇਵਾਂ? ਕੋਈ ਕਹਿੰਦਾ ਮੈਨੂੰ 20 ਸਾਲ ਦੇ ਦਿਓ, ਕਹਿੰਦਾ 30 ਸਾਲ ਦੇ, ਕੋਈ 50 ਸਾਲ, ਕੋਈ 70 ਸਾਲ, ਅਤੇ ਕਿਸੇ ਨੇ ਮੰਗ ਲਿਆ 100 ਸਾਲ। ਖੇਡ ਖੇਡ ਕੇ ਆਣੀ, ਸੱਚੀ ਖੇਡ ਖੇਡਣੀ ਹੈ। ਪਰ ਯਾਦ ਰੱਖੀ, ਤੂੰ ਖੇਡ ਖੇਡਣ ਗਿਆ, ਵਾਪਸ ਇਸੇ ਘਰ ਵਿੱਚ ਤਾਂ ਆਉਣਾ ਹੈ। ਪਰ ਗੁਰੂ ਸਰ ਬੱਚੇ ਖੇਡਾਂ ਵਿੱਚ ਮਸਤ ਹੋ ਜਾਂਦੇ ਨੇ ਨਾ,
ਉਹਨਾਂ ਨੂੰ ਖਾਣ ਦਾ ਪੀਣ ਦੀ ਸੋਝੀ ਨਹੀਂ ਰਹਿੰਦੀ ਹੈ। ਅਤੇ ਇਸੇ ਤਰ੍ਹਾਂ ਸੰਸਾਰ ਘਰ ਵਿੱਚ ਆ ਕੇ ਜੀਵ ਖੇਡਾਂ ਖੇਡਦਾ, ਇਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਕਿ ਇਸ ਸੰਸਾਰ ਘਰ 'ਚੋਂ ਮੈਂ ਵਾਪਸ ਜਾਣਾ ਹੈ। ਜਦੋਂ ਸਮਾਂ ਆਉਂਦਾ ਅਤੇ ਉਦੋਂ ਕਈਆਂ ਦੀ ਉਮਰ 20 ਸਾਲ 50 ਸਾਲ 40 ਸਾਲ 70 ਸਾਲ ਅਤੇ ਸਮੇਂ ਸਾਰੇ ਜਾਈ ਜਾ ਰਹੇ। ਉਦੋਂ ਅੰਤ ਵੇਲੇ ਪਤਾ ਲੱਗਦਾ, ਅੰਤ ਵੇਲੇ ਇਹ ਸੋਝੀ ਆਉਂਦੀ ਕਿ ਨਹੀਂ, ਮੈਂ ਤਾਂ ਇਹਨੂੰ ਸੱਚ ਮੰਨੀ ਫਿਰਦਾ ਸੀ, ਮੇਰਾ ਅਸਲ ਘਰ ਤਾਂ ਮੇਰਾ ਉਹ ਆ ਜਿੱਥੇ ਵਾਪਸ ਜਾ ਰਿਹਾ। ਹੁਣ ਮੈਂ ਖੇਡ ਖੇਡਣ ਆਇਆ ਸੀ, ਪਰ ਮੈਂ ਇਸ ਖੇਡ ਨੂੰ ਚੰਗੀ ਤਰ੍ਹਾਂ ਖੇਡ ਨਹੀਂ ਸਕਿਆ। ਹੁਣ ਮੈਂ ਕੀ ਮੂੰਹ ਦਿਖਾਵਾਂਗਾ ਪਰਮਾਤਮਾ ਕੋਲ ਜਾ ਕੇ, ਜਿਹੜਾ ਸਾਡਾ ਪਿਤਾ ਹੈ, ਸਾਡਾ ਮਾਂ ਹੈ, ਸਭ ਕੁਝ ਹੈ, ਉਹਦੇ ਕੋਲ ਜਾ ਕੀ ਮੂੰਹ ਦਿਖਾਵਾਂਗਾ। ਅਤੇ ਉਦੋਂ ਫਿਰ ਗੁਰੂ ਸਾਹਿਬ ਜੀਵ ਝੂਰਦਾ ਹੈ, ਉਦੋਂ ਕੁਝ ਹੋਣ ਵਾਲਾ ਨਹੀਂ ਹੈ, ਕਿਉਂਕਿ ਸਮਾਂ ਲੰਘ ਚੁੱਕਿਆ ਹੁੰਦਾ। ਜਿਹੜਾ ਕੰਮ ਆਪਾਂ ਬਚਪਨ ਵਿੱਚ ਕਰ ਲਵਾਂ ਉਹ ਜਵਾਨੀ ਵਿੱਚ ਨਹੀਂ ਕਰ ਸਕਾਂਗੇ, ਜਿਹੜਾ ਜਵਾਨੀ ਵਿੱਚ ਕਰ ਲਿਆ ਉਹ ਬੁਢਾਪੇ ਵਿੱਚ ਨਹੀਂ ਕਰ ਸਕਾਂਗੇ। ਇਹ ਸੱਚਾਈ ਹੈ, ਕਿਉਂਕਿ ਬਚਪਨ ਵਿੱਚ ਬੱਚੇ ਦਾ ਜਿਹੜਾ ਮਨ ਬਿਲਕੁਲ ਸ਼ੁੱਧ ਹੁੰਦਾ, ਮੈਲ ਤੋਂ ਰਹਿਤ ਹੁੰਦਾ। ਜਵਾਨੀ ਦੇ ਵਿੱਚ ਫਿਰ ਵਿਸ਼ੇ ਵਿਕਾਰ ਜੀਵ ਨੂੰ ਜਿਹੜੇ ਨੇ ਇਹ ਪਾਉਂਦੇ ਨੇ, ਅਤੇ ਜੀਵ ਦਾ ਜਿਹੜਾ ਮਨ ਮੈਲ ਦੇ ਸਹਿਤ ਹੋ ਜਾਂਦਾ ਹੈ। ਫਿਰ ਜੇ ਬਚਪਨ ਵਿੱਚ, ਜੇ ਜਵਾਨੀ ਦੇ ਵਿੱਚ ਚੌਂਕੜਾ ਮਾਰ ਲਵੇ, ਜਵਾਨੀ ਵਿੱਚ ਉਸ ਪਰਮਾਤਮਾ ਦਾ ਸ਼ੁਕਰ ਕਰ ਲਵੇ, ਅਤੇ ਬੁਢਾਪੇ ਦੇ ਵਿੱਚ ਵੀ ਫਿਰ ਰੱਬ ਚੇਤੇ ਰਹੇਗਾ। ਅਤੇ ਕਿ ਫਿਰ ਗੁਰੂ ਸਵਾਰਿਓ, ਜੇ ਜਿਹੜਾ ਚੌਂਕੜਾ ਅਸੀਂ ਜਵਾਨੀ ਵਿੱਚ ਮਾਰ ਸਕਦੇ ਉਹ ਬੁਢਾਪੇ ਵਿੱਚ ਨਹੀਂ ਵੱਜੇਗਾ। ਗੋਡੇ ਦਰਦ ਕਰਨ ਲੱਗ ਪੈਣੇ ਨੇ, ਸਿਰ ਦਰਦ, ਸਾਰੀਆਂ ਸਾਡੀਆਂ ਜੇ ਅੱਖਾਂ ਨਾਲ ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਬਾਣੀ ਪੜ੍ਹ ਰਹੇ ਹਾਂ, ਅਤੇ ਉਹ ਬੁਢਾਪੇ ਵਿੱਚ ਲਾਈਟ ਘੱਟ ਜਾਣੀ, ਰੋਸ਼ਨੀ ਘੱਟ ਜਾਣੀ, ਕਿਵੇਂ ਪੜ੍ਹ ਦੇਵਾਂਗੇ ਆਪਾਂ। ਕੰਨਾਂ ਤੋਂ ਸਾਨੂੰ ਅੱਜ ਸੰਗਤ ਵਿੱਚ ਬੈਠ ਕੇ ਸੁਣ ਰਹੇ ਹਾਂ, ਬੁਢਾਪੇ ਵਿੱਚ ਕੰਨਾਂ ਦੀ ਜਿਹੜੀ ਆਵਾਜ਼ ਹੈ ਉਹ ਘੱਟ ਜਾਂਦੀ ਹੈ, ਸੁਣਨਾ ਘਟਦਾ ਹੈ, ਕਿਉਂਕਿ ਗੁਰਬਾਣੀ ਕਹਿ ਰਹੀ ਹੈ, ਆਪਾਂ ਦੇਖਦੇ ਵੀ ਅਤੇ ਗੁਰਬਾਣੀ ਵੀ ਕਹਿ ਰਹੀ ਹੈ, ਇਸ ਗੱਲ ਗਵਾਹੀ ਦੇ ਰਹੀ ਹੈ। ਬਾਬਾ ਫਰੀਦ ਸਤਿਗੁਰ ਦੇ ਬਚਨ ਸੁਣਨਾ ਕਰੋ। ਅਤੇ ਸਤਿਗੁਰੂ ਕਹਿੰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾਹ ਸੇ ਜਾਨੀ ਚਲੇ ਗਏ। ਚੱਬਣ ਦਾ ਅਰਥ ਹੈ ਦੰਦ, ਦੰਦਾਂ ਨਾਲ ਆਪਾਂ ਪਦਾਰਥ ਚੱਬ ਚੱਬ ਕੇ ਅੰਦਰ ਲਗਾਉਂਦੇ ਹਾਂ। ਕਹਿੰਦੇ ਬੁਢਾਪੇ ਵਿੱਚ ਦੰਦ ਵੀ ਟੁੱਟ ਗਏ, ਕਮਜ਼ੋਰ ਹੋ ਗਏ। ਚੱਲਣ, ਪੈਰਾਂ ਨਾਲ ਚੱਲ ਕੇ ਤੁਰਦੇ ਹਾਂ ਆਪਾਂ, ਦੂਰ ਦੂਰ ਤੱਕ ਸਫ਼ਰ ਆਪਾਂ ਕਰ ਲੈਂਦੇ ਹਾਂ। ਅਤੇ ਸਮਾਂ ਆਉਂਦਾ ਬੁਢਾਪੇ ਵਿੱਚ ਗੁਰੂ ਦੇ ਪੈਰ ਵੀ ਸਾਡੇ ਜਵਾਬ ਦੇ ਦਿੰਦੇ ਨੇ। ਰਤਨ, ਰਤਨ ਦਾ ਅਰਥ ਹੈ ਰਤਨ, ਨੇਤਰ, ਨੇਤਰਾਂ ਨਾਲ ਆਪਾਂ ਦੂਰ ਦੂਰ ਤੱਕ ਤੱਕਦੇ ਨੇ, ਅਤੇ ਬੁਢਾਪੇ ਵਿੱਚ ਇਹਨਾਂ ਨੇਤਰਾਂ ਦੀ ਲਾਈਟ ਰੋਸ਼ਨੀ ਮੱਧਮ ਪੈ ਜਾਂਦੀ ਹੈ। ਅਤੇ ਕਈ ਤਾਂ ਬੁਢਾਪੇ ਵਿੱਚ ਗੁਰੂ ਸਾਹਿਬ ਮਨਾਖੇ ਹੋ ਜਾਂਦੇ, ਬਿਲਕੁਲ ਲਾਈਟ ਬੰਦ ਹੋ ਜਾਂਦੀ ਕਈਆਂ ਦੀ। ਚੱਬਣ ਚਰਨ ਤਨ ਸੇ ਸੁਣੀਅਰ ਬਹਿ ਗਏ। ਸੁਣੀਅਰ ਦਾ ਅਰਥ ਹੈ ਕੰਨ, ਅਤੇ ਕੰਨਾਂ ਤੋਂ ਸੁਣਨਾ ਬੰਦ ਹੋ ਗਏ ਆ, ਕੰਨ ਬੋਲੇ ਹੋ ਗਏ। ਇਹ ਬੁਢਾਪੇ ਦੀਆਂ ਨਿਸ਼ਾਨੀਆਂ ਨੇ, ਜੋ ਬੁਢਾਪੇ ਜੀਵਨਾਂ ਵਾਪਰਦੀਆਂ ਨੇ। ਖੇੜੇ ਮੁੱਤੀ ਧਾਹ ਸੇ ਜਾਨੀ ਚਲੇ ਗਏ। ਖੇੜੇ ਮੁੱਤੀ ਕਿਹੜੇ ਨੇ ਮਿੱਤਰ, ਕਿਹੜੇ ਨੇ ਸਾਡੇ? 5 ਗਿਆਨ ਇੰਦਰੇ, 5 ਕਰਮ ਇੰਦਰੇ। ਸਾਡੇ ਸਰੀਰ ਦੇ ਇੰਦਰੇ ਜਿੰਨੇ ਵੀ ਹਨ ਉਹ ਹੌਲੀ ਹੌਲੀ ਜਵਾਬ ਦੇਣ ਲੱਗ ਪੈਂਦੇ ਨੇ। ਜਿਹਨਾਂ ਨੂੰ ਆਪਣੇ ਮਿੱਤਰ ਸਮਝਦਾ ਸੀ, ਸਾਡਾ ਸਰੀਰ ਹੀ ਸਾਨੂੰ ਜਵਾਬ ਦੇਣ ਲੱਗ ਪੈਂਦਾ ਹੈ। ਅਤੇ ਅੰਤ ਵੇਲੇ ਸਮਾਂ ਆਉਂਦਾ ਅਤੇ ਕੂਚ ਕਰਕੇ ਸੰਸਾਰ ਤੋਂ ਚਲਿਆ ਜਾਂਦਾ। ਸੋ ਕਹਿਣ ਦਾ ਭਾਵ ਹੈ ਕਿ ਸਮਾਂ ਬੜਾ ਪ੍ਰਬਲ ਹੈ, ਹਰ ਇੱਕ ਜੀਵ ਉੱਤੇ ਆਉਣਾ ਹੈ, ਅਤੇ ਕੋਈ ਸੰਸਾਰ 'ਚ ਰਹਿਣ ਵਾਲਾ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਨੇ, ਜਦੋਂ ਉਸ ਮਾਲਕ ਦਾ ਹੁਕਮ ਹੋਇਆ ਨਾ, ਕਹਿੰਦੇ ਫਿਰ ਸੰਸਾਰ ਵਿੱਚ ਕੋਈ ਰਹਿ ਨਹੀਂ ਸਕਦਾ। ਉਹਦੇ ਹੁਕਮ ਦੇ ਵਿੱਚ ਜੰਮਦੇ ਨੇ, ਹੁਕਮ 'ਚ ਮਰਦੇ ਨੇ। ਤੁਰ ਫਾਟੇ ਚੀਰੇ, ਜਿਨ ਕੀ ਚੀਰੀ ਦਰਗਹ ਪਾਟੀ, ਤਿਨਾ ਮਰਨਾ ਭਾਈ। ਕਹਿੰਦੇ ਜਦੋਂ ਉਹ ਚੀਰੇ, ਉਹਨਾਂ ਦੇ ਲੇਖਾ ਪਾਟਿਆ ਜਾਂਦਾ ਉਸ ਥਾਂ 'ਤੇ, ਅਤੇ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਂਦੀ ਹੈ, ਉਦੋਂ ਫਿਰ ਕਹਿੰਦੇ ਉਸ ਜੀਵ ਨੂੰ ਕੂਚ ਕਰਨਾ ਪੈਂਦਾ ਹੈ। ਇਹੋ ਮਨ ਅਵਗਣ ਬਾਂਧਿਆ ਸੋਹ ਦੇਹ ਸਰੀਰ ਹੈ। ਜਿਹੜਾ ਇਹ ਮਨ ਹੈ ਨਾ,
ਇਹ ਔਗੁਣਾਂ ਦਾ ਬੱਧਾ ਹੋਇਆ ਹੈ। ਔਗੁਣਾਂ ਨੇ ਇਸ ਮਨ ਨੂੰ ਘੇਰਿਆ ਹੋਇਆ। ਕਹਿੰਦੇ ਜਿਸ ਕਰਕੇ ਇਸ ਸਰੀਰ ਦੇ ਰਾਹੀਂ ਹੀ ਸਰੀਰ ਦੇ ਮਨ ਦਾ ਆਪਸ ਵਿੱਚ ਸੁਮੇਲ ਹੈ। ਇਸ ਸਰੀਰ ਦੇ ਵਿੱਚ ਮਨ ਰਹਿ ਰਿਹਾ। ਕਹਿੰਦੇ ਜਿਸ ਕਰਕੇ ਫਿਰ ਜੀਵ ਨੂੰ ਸੰਬੰਧ ਹੋਣ ਕਰਕੇ ਜੀਵ ਸੋਹ ਦੇਹ ਸਰੀਰ ਹੈ। ਜੀਵ ਨੂੰ ਕਹਿੰਦੇ ਸਰੀਰ ਨੂੰ ਦੁੱਖ ਪ੍ਰਾਪਤ ਹੋ ਰਿਹਾ ਵਾਰ-ਵਾਰ, ਕਿਉਂਕਿ ਮੋਹ ਦੀਆਂ ਤੰਦਾਂ ਨੇ। ਜੋ ਤੱਕ ਸਰੀਰ ਨਾਲ ਸਾਡਾ ਮੋਹ ਹੈ ਨਾ, ਸੰਬੰਧ ਹੋਣ ਕਰਕੇ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਦੁੱਖ ਪੈਦਾ ਹੁੰਦੇ ਨੇ, ਅਤੇ ਉਹ ਦੁੱਖ ਫਿਰ ਗੁਰੂ ਸਾਹਿਬ ਮਨੁੱਖ ਨੂੰ ਮਹਿਸੂਸ ਹੁੰਦੇ, ਜੀਵ ਜਿੰਦ ਆਤਮਾ ਨੂੰ ਮਹਿਸੂਸ ਹੁੰਦੇ ਨੇ। ਪੀੜਾ ਪੈਦਾ, ਦਰਦ ਪੈਦਾ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਕਹਿੰਦੇ ਭਾਈ ਇਸ ਦੇਹੀ ਨੂੰ ਬੜੇ ਕਹਿੰਦੇ ਨੇ ਸੋਹ। ਸੋਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਹ ਸ਼ਬਦ ਵੀ ਆਉਂਦਾ, ਸੋਹ। ਸੋਹ ਦੇ ਅਰਥ ਪਤੀ ਵੀ ਆਉਂਦੇ ਹਨ। ਅਤੇ ਇੱਥੇ ਗੁਰੂ ਸਾਹਿਬ ਦੁੱਖ ਦੀ ਗੱਲ ਹੈ ਕਿ ਪਰਮਾਤਮਾ ਦੇ ਦਰ 'ਤੇ, ਮਾਲਕ ਦੇ ਵਾਹਿਗੁਰੂ ਦੇ ਦਰ 'ਤੇ ਕਹਿੰਦੇ ਜਦੋਂ ਜੀਵ ਤੇਰਾ ਸਰੀਰ ਨਾਲ ਮੋਹ ਹੋਣ ਕਰਕੇ ਅੰਤ ਵੇਲੇ ਕਹਿੰਦੇ ਤੈਨੂੰ ਸਰੀਰ ਨੂੰ ਰੋਗ ਚਿੰਬੜਦੇ ਨੇ ਆ ਕੇ, ਅਤੇ ਸਰੀਰ ਨੂੰ ਦੇਹੀ ਨੂੰ ਦੁੱਖ ਮਿਲਦਾ ਹੈ। ਇਸ ਤਰ੍ਹਾਂ ਤੈਨੂੰ ਦੁਖੀ ਹੁੰਦਾ ਹੈ। ਪੂਰੈ ਗੁਰ ਬਖਸ਼ਾਈ ਹੈ ਸਭ ਗੁਣ ਹੈ ਫਕੀਰੈ। ਜਦੋਂ ਪੂਰਨ ਗੁਰੂ ਸਾਹਿਬਾਨ ਬਖਸ਼ਿਸ਼ ਕਰ ਦਵੇ, ਜੀਵ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਪੂਰੇ ਗੁਰੂ ਸਾਹਿਬਾਨ ਪਾਸੋਂ ਬਖਸ਼ਾ ਸਕਦਾ ਹੈ, ਮਾਫ ਕਰਾ ਸਕਦਾ ਹੈ। ਜਦੋਂ ਉਸ ਮਾਲਕ ਦੇ ਦਰ ਦੇ ਅੱਗੇ ਫਰਿਆਦ ਕਰ ਦਿੱਤੀ ਨਾ ਕਿ ਸੁਤ ਅਪਰਾਧੀ ਕਰਤ ਬਹੁ ਚੇਤੇ, ਜਨਨੀ ਚੀਕ ਨ ਰੱਖ ਤੇਤੇ, ਰਮਈਆ ਹੋ ਬਾਰਕ ਤੇਰਾ, ਕਾਹੇ ਨ ਖੰਡਸ ਅਵਗਣ ਮੇਰਾ। ਜਦੋਂ ਉਸ ਮਾਲਕ ਦੀ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਾਲਕ ਜੀ, ਜਿਵੇਂ ਇੱਕ ਮਾਂ ਬੱਚਾ ਗਲਤੀ ਕਰਦਾ ਹੈ ਨਾ, ਮਾਂ ਆਪਣੇ ਬੱਚੇ ਦੀਆਂ ਗਲਤੀਆਂ ਨੂੰ ਚਿਤਾਰਦੀ, ਉਹ ਆਪਣੇ ਬੱਚੇ ਨੂੰ ਗਲ ਬੱਕੜੀ ਵਿੱਚ ਲੈ ਲੈਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਬੱਚੇ ਹਾਂ, ਕਿਰਪਾ ਕਰਕੇ ਸਾਡੇ ਕੀਤੇ ਗੁਨਾਹਾਂ ਨੂੰ ਨਾ ਦੇਖਣਾ ਕਰੋ। ਆਪ ਜੀ ਕਿਰਪਾ ਕਰਕੇ ਸਾਡੇ ਕੀਤੇ ਗੁਨਾਹਾਂ ਨੂੰ ਬਖਸ਼ਣਾ ਕਰੋ, ਰਹਿਮਤ ਕਰੋ। ਇਸ ਤਰ੍ਹਾਂ ਅਸੀਂ ਗੁਰੂ ਦੀ ਸ਼ਰਨ ਤੱਕ ਕੇ ਪ੍ਰਭੂ ਦੇ ਚਰਨਾਂ, ਗੁਰੂ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਕਰਾਂਗੇ, ਅਤੇ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕਰਕੇ ਸਾਡੇ ਸਾਰੇ ਦੁੱਖ ਇਤਿਆਦਿਕ ਸਾਡੇ ਗੁਨਾਹ ਨੂੰ ਸਤਿਗੁਰੂ ਜੀ ਨੇ ਬਖਸ਼ ਦੇਣਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਰਹਾਉ ਤੱਕ ਪਾਤਸ਼ਾਹ ਜੀ ਨੇ ਵਿਚਾਰ ਕਰਵਾਈ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ